ਤੁਸੀਂ ਵੇਖਿਆ ਹੋਣਾ ਹੈ, ਕਈ ਵਾਰੀ ਜਦੋਂ ਆਦਮੀ ਦੇ ਹੱਥ ਵਿੱਚ ਤਾਕਤ ਆ ਜਾਂਦੀ ਹੈ, ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ, ਉਹ ਫਿਰ ਕੋਈ ਨਾ ਕੋਈ ਬਹਾਨਾ ਬਣਾ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬੜਾ ਸੁੰਦਰ ਸ਼ਲੋਕ ਲਿਖਿਆ ਹੈ, ਦਾਨੰਗ ਪਰਾ ਪੂਰ ਬੇਨ ਪੋਚੰਤੇ ਮਹੀ ਪਤੇ ਬਪਰੀਤ ਬੁੱਧੀਅੰਗ ਮਾਰਤ ਲੋਕਿਆ ਹੈ, ਨਾਨਕ ਚਿਰੰਗ ਕਾਲ ਦੁੱਖ ਭੋਗਤੇ। ਕੋਈ ਪਹਿਲਾ ਕੋਈ ਪੁੰਨ ਦਾਨ ਕੀਤਾ ਹੁੰਦਾ ਹੈ, ਜਿਸ ਦਾ ਸਦਕਾ ਉਹਨਾਂ ਨੂੰ ਰਾਜ ਭਾਗ ਮਿਲ ਜਾਂਦਾ ਹੈ, ਤੇ ਫਿਰ ਰਾਜ ਭਾਗ ਪ੍ਰਾਪਤ ਕਰਕੇ ਤੇ ਫਿਰ ਆਮ ਬੇਕਸੂਰ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਵਿਪਰੀਤ ਬੁੱਧੀਅੰਗ, ਕਿਉਂਕਿ ਬੁੱਧੀ ਵਿਪਰੀਤ ਹੋ ਜਾਂਦੀ ਹੈ, ਉਹਨਾਂ ਦੀ ਸੋਚ ਬਿਲਕੁਲ ਬਦਲ ਜਾਂਦੀ ਹੈ, ਤੇ ਫਿਰ ਆਮ ਲੋਕਾਂ ਨੂੰ ਮਾਰਨਾ ਵੀ ਉਹ ਪਾਪ ਨਹੀਂ ਗਿਣਦੇ, ਬਸ ਕਹਿੰਦੇ ਕਰ ਦੋ ਕਤਲੇਆਮ। ਸਨ 1984 ਵਿੱਚ ਦੰਗੇ ਹੋਏ, ਉਹਦੇ ਵਿੱਚ ਹੋਇਆ ਅਸਰ ਸੰਘਾਰ। ਅਸਰ ਬਿਰਤੀ ਵਾਲਿਆਂ ਨੇ ਜੋ ਕਤਲੇਆਮ ਕੀਤਾ ਉਹ ਕਿਸੇ ਤੋਂ ਗੁੱਝਾ ਤੇ ਨਹੀਂ, ਤੇ ਹੁਣ ਵੀ ਜੋ ਲੋਕ ਆਮ ਲੋਕਾਂ ਤੇ ਜ਼ੁਲਮ ਕਰਦੇ ਨੇ ਕਿਸੇ ਦੇ ਗੁੱਝੇ ਤਾਂ ਨਹੀਂ ਰਹਿੰਦੇ। ਹਾਜ਼ੂਰ ਕਹਿੰਦੇ ਹੋਇਆ ਅਸਰ ਸੰਘਾਰ। ਇਸ ਤਰ੍ਹਾਂ ਅਸਰ ਬਿਰਤੀ ਦਾ ਮਾਲਕ ਹੋ ਕੇ ਤੇ ਨਰ ਸੰਘਾਰ ਵੀ ਕਰਨ ਵਾਲਾ ਹੋ ਜਾਵੇ। ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਦੇ ਪੋਥੀ ਵੀ ਨਾ ਪੜ੍ਹੀ ਹੋਵੇ ਤੇ ਕਦੇ ਗੀਤਾ ਵੀ ਨਾ ਪੜ੍ਹੀ ਹੋਵੇ, ਤੇ ਕਵਿਤ ਕੋਈ ਹੋਰ ਜਿਵੇਂ ਰਮਾਇਣ ਹੈ ਕਵਿਤਾ ਵਿੱਚ ਲਿਖੀ ਹੋਈ, ਕੋਈ ਇਤਿਹਾਸ ਵੀ ਨਾ ਪੜ੍ਹਿਆ ਹੋਵੇ, ਕਦੇ ਨਾ ਕਰਨ ਧਰਿਆ, ਤੇ ਕਦੇ ਕੰਨਾਂ ਦੇ ਵਿੱਚ ਕੋਈ ਧਰਮ ਸ਼ਾਸਤਰ, ਕੋਈ ਇਤਿਹਾਸ, ਕੋਈ ਗੁਰਬਾਣੀ, ਕੋਈ ਕਵਿਤਾ, ਕੋਈ ਧਾਰਮਿਕ ਗੀਤ ਵੀ ਨਾ ਸੁਣਿਆ ਹੋਵੇ। ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਕਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੱਡਾ ਵੱਡਾ ਸਿਮਰਨ ਦਾ ਪ੍ਰਤਾਪ ਦੱਸਦੇ ਨੇ। ਇੱਕ ਪਾਸੇ ਆਦਮੀ ਵਿਕਾਰਾਂ ਦੇ ਵਸੀਕਾਰ ਹੋਇਆ ਤੇ ਚਾਰੇ ਬੱਜਰ ਪਾਪ ਵੀ ਉਸਨੇ ਕਰ ਲਏ ਨੇ, ਤੇ ਉਸਨੇ ਰਾਖਸ਼ ਬਿਰਤੀ ਨੂੰ ਧਾਰਨ ਕਰਕੇ ਲੋਕਾਂ ਨੂੰ ਕਤਲ ਵੀ ਕਰ ਛੱਡਿਆ ਹੈ। ਕਦੇ ਕੋਈ ਪੋਥੀ, ਧਾਰਮਿਕ ਪੋਥੀ ਅਤੇ ਕੋਈ ਗੀਤ, ਕੋਈ ਕਵਿਤਾ ਵੀ ਜਿਸਨੇ ਕਦੇ ਕੰਨਾਂ ਵਿੱਚ ਨਾ ਸੁਣੀ ਹੋਵੇ, ਭਾਵ ਸਤਿਗੁਰੂ ਦੀ ਬਾਣੀ ਵੀ ਕਵਿਤਾ ਵਿੱਚ ਹੈ, ਇਹ ਵੀ ਰੱਬੀ ਗੀਤ ਹੈ, ਜਿਸਨੇ ਕਦੇ ਬਾਣੀ ਨੂੰ ਵੀ ਨਾ ਸੁਣਿਆ ਹੋਵੇ, ਪਰ ਹਾਜ਼ੂਰ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ। ਜੇ ਕਿਧਰੇ ਵਾਹਿਗੁਰੂ ਕਿਰਪਾ ਕਰ ਦੇਵੇ, ਕਿਸੇ ਮਹਾਂਪੁਰਖ ਦੀ ਕਿਰਪਾ ਹੋ ਜਾਵੇ ਤੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ, ਤਾਂ ਨਿਮਕ ਸਿਮਰਤ ਧਰਿਆ, ਤੇ ਉਹ ਨਿਮਕ ਭਰ ਦੇ ਸਿਮਰਨ ਦੇ ਨਾਲ ਭਾਈ ਉਹ ਤਰ ਜਾਂਦਾ ਹੈ। ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਤੱਕ 4 ਪੌੜੀਆਂ ਹੋ ਗਈਆਂ ਨੇ, ਜਿਹਦੇ ਵਿੱਚ ਵਾਹਿਗੁਰੂ ਦੇ ਸਿਮਰਨ ਦਾ ਪ੍ਰਤਾਪ ਤੇ ਸਿਮਰਨ ਦਾ ਫਲ ਗੁਰੂ ਮਹਾਰਾਜ ਨੇ ਦਰਸਾਇਆ ਹੈ। ਹੁਣ ਦੂਸਰੇ ਪਾਸੇ ਆਦਮੀ ਚਾਹੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਕਿੰਨਾ ਵੀ ਧਾਰਮਿਕ ਬਣ ਜਾਵੇ ਤੇ ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਪਰ ਜੇ ਵਾਹਿਗੁਰੂ ਭੁੱਲ ਗਿਆ ਤੇ ਉਹਦਾ ਸਭ ਕੁਝ ਵਿਅਰਥ ਹੈ। ਸਾਸ ਸਿਮਰਤ ਬੇਦ ਚਾਰ, ਜਿਹੜੇ ਧਰਮ ਸ਼ਾਸਤਰ ਨੇ ਜਿਨ੍ਹਾਂ ਦੀ ਗਿਣਤੀ 6 ਮੰਨੀ ਗਈ ਹੈ, 6 ਘਰ, 6 ਗੁਰ, 6 ਉਪਦੇਸ਼ ਤੇ 27 ਸਿਮਰਤੀਆਂ, ਬੇਦ ਚਾਰ, 4 ਬੇਦ ਮੁਖਾਗਰ ਵਿਚਰੇ, ਤੇ ਇਹਨਾਂ ਦੀ ਵਿਚਾਰ ਆਪਣੇ ਮੁਖ ਤੇ ਅਗਰ ਭਾਵ ਤੋਂ ਕਰੇ, ਭਾਵ ਜਿਹੜੇ ਧਰਮ ਗ੍ਰੰਥ ਨੇ 27 ਸਿਮਰਤੀਆਂ ਨੇ, 4 ਵੇਦ ਨੇ, ਇਹਨਾਂ ਨੂੰ ਆਪਣੇ ਕੰਠ ਤੋਂ ਹੀ ਉਚਾਰਨ ਕਰੇ ਤੇ ਇਹਨਾਂ ਦੀ ਵਿਚਾਰ ਕਰਕੇ ਸੁਣਾਵੇ। ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ। ਤੇ ਜਿਹੜੇ ਬੜੇ ਬੜੇ ਤਪੇ ਨੇ ਤੇ ਬੜੇ ਬੜੇ ਤਪੀਸ਼ਵਰ ਨੇ, ਉਹਨਾਂ ਦੇ ਕੋਲ ਵੀ ਜਾ ਕੇ ਬੈਠ ਜਾਵੇ, ਤੇ ਬੜੇ ਬੜੇ ਯੋਗੀਆਂ ਦੀ ਵੀ ਸੰਗਤ ਕਰੇ, ਤੀਰਥ ਗਵਨ ਕਰੇ, ਤੇ ਨਾਲ ਵੀ ਜਿਹੜੇ ਤੀਰਥ ਨੇ ਉਹਨਾਂ ਤੇ ਵੀ ਗਵਨ ਕਰੇ, ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰੇ ਅਤੇ ਪੁੰਨ ਦਾਨ ਵੀ ਕਰ ਲਵੇ। ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਿੰਦੂ ਮਾਦੀ ਧਾਰਮਿਕ ਤਸਵੀਰ ਖਿੱਚਦੇ ਨੇ ਖਟ ਕਰਮਾਂ ਤੇ ਦੁਗਣੇ। ਜਿਹੜੇ ਖਟ ਕਰਮ ਨੇ ਹਿੰਦੂ ਧਰਮ ਦੇ, ਸੰਧਿਆ, ਤਰਪਣ, ਗਾਇਤਰੀ ਮੰਤਰ, ਅਤਿਥੀ ਪੂਜਾ, ਦੇਵ ਅਰਚਨ ਤੇ ਹੋਮ, ਇਹ ਖਟ ਕਰਮ ਵੀ ਕਰ ਲਵੇ। ਇਸ ਤੋਂ ਹੋਰ ਦੁੱਗਣੇ ਵੀ ਕਰ ਲਵੇ। ਦੁੱਗਣੇ ਕਿਹੜੇ ਨੇ? ਖਟ ਕਰਮ ਹੋਰ ਵੀ ਨੇ ਬ੍ਰਾਹਮਣ ਦੇ,
ਉਹ ਖਟ ਕਰਮ ਇਹ ਹਨ: ਦਾਨ ਕਰਨਾ ਤੇ ਦਾਨ ਲੈਣਾ, ਜਗ ਕਰਨਾ ਤੇ ਕਰਾਉਣਾ, ਤੇ ਵੇਦ ਪੜ੍ਹਨੇ ਤੇ ਪੜ੍ਹਾਉਣੇ। ਇਹ 6 ਕਰਮ ਹੋਰ ਨੇ। ਜਿਹੜੇ ਖਟ ਕਰਮ ਨੇ, ਸੰਧਿਆ ਤਰਪਨ ਆਦਿਕ, ਉਹ ਵੀ ਕਰ ਲਵੇ। ਇਹਨਾਂ ਤੋਂ ਦੁੱਗਣੇ ਦੂਸਰੇ ਵੀ ਨਾਲ ਖਟ ਕਰਮ ਕਰ ਲਵੇ। ਪੂਜਾ ਕਰਤਾ ਨਹਾਏ, ਤੇ ਫਿਰ ਬਈ ਨਹਾ ਕੇ ਗੰਗਾ ਦੇ ਜਲ ਵਿੱਚ ਜਾਂ ਕਿਸੇ ਤੀਰਥ ਵਿੱਚ ਨਹਾ ਕੇ ਪੂਜਾ ਵੀ ਕਰਦਾ ਹੋਵੇ। ਰੰਗ ਨ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰ ਕੇ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੈਸੀ ਇਹ ਵਿਚਾਰ ਨੂੰ ਸਾਡੇ ਸਾਹਮਣੇ ਲਿਆ ਰਹੇ ਹਨ। ਬਈ ਇੱਕ ਪਾਸੇ ਆਦਮੀ ਧਾਰਮਿਕ ਬਣਿਆ ਹੋਇਆ ਹੈ, ਪਰ ਹਜ਼ੂਰ ਕਹਿੰਦੇ ਰੰਗ ਨਾ ਲੱਗੀ ਪਾਰ ਬ੍ਰਹਮ। ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੰਗ ਨਹੀਂ ਲੱਗਿਆ, ਉਸ ਵਾਹਿਗੁਰੂ ਦਾ ਪ੍ਰੇਮ ਨਹੀਂ ਲੱਗਿਆ, ਤੇ ਚਾਹੇ ਕਿੰਨਾ ਵੀ ਧਾਰਮਿਕ ਬਣਿਆ ਫਿਰੇ ਤਾਂ ਸਰ ਪਰ ਨਰਕੇ ਜਾਏ। ਜ਼ਰੂਰ ਬਾਰ ਜ਼ਰੂਰ ਉਸ ਨੂੰ ਨਰਕਾਂ ਦੇ ਵਿੱਚ ਹੀ ਜਾਣਾ ਪਵੇਗਾ। ਰਾਜ ਮਿਲਕ ਸਿਕਦਾਰੀਆ, ਰਸ ਭੋਗਣ ਵਿਸਥਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਸਾਰਕ ਦ੍ਰਿਸ਼ਟੀਕੋਣ ਤੋਂ ਆਦਮੀ ਕਿੰਨਾ ਵੀ ਸਮਿਰਧੀਵਾਨ ਹੋ ਜਾਵੇ, ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਰਾਜ ਵੀ ਪ੍ਰਾਪਤ ਕਰ ਲਵੇ, ਜਗੀਰਾਂ ਵੀ ਹਾਸਲ ਕਰ ਲਵੇ, ਸਰਦਾਰੀਆਂ ਵੀ ਹਾਸਲ ਕਰ ਲਵੇ, ਰਸ ਭੋਗਣ ਵਿਸਥਾਰ, ਤੇ ਬੜੇ ਵਿਸਤਾਰ ਪੂਰਵਕ ਤੇ ਕਈ ਤਰ੍ਹਾਂ ਦੇ ਰਸਾਂ ਕਸਾਂ ਨੂੰ ਵੀ ਭੋਗ ਲਵੇ। ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿੰਨੇ ਵੀ ਸੋਹਣੇ ਤੇ ਸੁਹਾਵਣੇ ਬਾਗ ਵੀ ਲਾ ਲਵੇ। ਹੁਣ ਕਈ ਗਾਰਡਨਾਂ ਦੇ ਬੜੇ ਸ਼ੌਕੀਨ ਹੁੰਦੇ ਨੇ, ਆਪਣੇ ਘਰਾਂ ਦੇ ਵਿੱਚ ਵੀ ਕਈ ਬਾਗ ਲਾਉਂਦੇ ਨੇ, ਕੋਈ ਫੁੱਲਦਾਰ ਤੇ ਫਲਾਂ ਵਾਲੇ ਬਿਰਸ਼ ਲਾਉਂਦੇ ਨੇ। ਹਜ਼ੂਰ ਕਹਿੰਦੇ ਨੇ, ਚਾਹੇ ਕਿੰਨੇ ਵੀ ਸੋਹਣੇ ਤੇ ਸੁਹਾਵਣੇ ਬਾਗ ਬਗੀਚੇ ਵੀ ਲਾ ਲਵੇ, ਚੱਲੇ ਹੁਕਮ ਅਫਾਰ। ਤੇ ਅਫਾਰ ਦਾ ਅਰਥ ਹੈ ਆਮੋੜ ਹੁਕਮ ਵੀ ਚੱਲਦਾ ਹੋਵੇ। ਆਮੋੜ ਹੁਕਮ ਉਸ ਨੂੰ ਕਹਿੰਦੇ ਨੇ ਵੀ ਜਦੋਂ ਇੱਕ ਵਾਰੀ ਕਹਿ ਦਿੱਤਾ ਤੇ ਉਸ ਨੂੰ ਕੋਈ ਬਦਲ ਨਾ ਸਕੇ, ਸਭ ਨੂੰ ਉਹ ਹੁਕਮ ਮੰਨਣਾ ਪਵੇ। ਰੰਗ ਤਮਾਸੇ ਬਹੁ ਵਿਧੀ, ਚਾਏ ਲੱਗ ਰਿਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਬਹੁਤ ਤਰ੍ਹਾਂ ਦੇ ਰਾਜਿਆਂ ਦੇ ਹੋਰ ਮਾਇਆ ਦੇ ਰੰਗ ਤਮਾਸ਼ੇ ਨੇ, ਉਹਨਾਂ ਨੂੰ ਵੀ ਭੋਗ ਲਵੇ ਤੇ ਚਾਹੇ ਲੱਗ ਰਿਹਾ। ਤੇ ਬਹੁਤ ਤਰ੍ਹਾਂ ਦੇ ਜਿਹੜੇ ਰੰਗ ਤਮਾਸ਼ੇ ਨੇ, ਉਹਨਾਂ ਦੇ ਵਿੱਚ ਚਾਹ ਦੇ ਨਾਲ ਲੱਗ ਰਿਹਾ ਹੋਵੇ। ਕਿਉਂਕਿ ਹੁਣ ਰਾਜੇ ਲੋਕਾਂ ਦੇ ਆਪਣੇ ਵੱਖੋ ਵੱਖਰੀ ਕਿਸਮ ਦੇ ਸ਼ੌਕ ਹੁੰਦੇ ਨੇ, ਤੇ ਗਾਉਣ ਦੇ, ਵਜਾਉਣ ਦੇ, ਕੋਈ ਹੋਰ ਕੋਈ ਨਾ ਕੋਈ ਗੇਮਾਂ ਦੇ, ਇਸ ਤਰ੍ਹਾਂ ਦੇ ਜਿਹੜੇ ਬਹੁਤ ਤਰ੍ਹਾਂ ਦੇ ਮਾਇਆ ਦੇ ਰੰਗ ਤਮਾਸ਼ੇ ਨੇ, ਤੇ ਬੜੇ ਚਾਹ ਦੇ ਨਾਲ ਇਹਨਾਂ ਦੇ ਵਿੱਚ ਲੱਗ ਰਿਹਾ ਹੋਵੇ। ਇਤਨਾ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੂਨ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਇਆ, ਚਾਹੇ ਕਿੰਨੇ ਵੀ ਉਸਨੇ ਰਾਜ ਭਾਗ ਦੇ ਸੁੱਖ ਭੋਗ ਲਏ, ਕਿੰਨੀ ਵੀ ਮਾਇਆ ਇਕੱਠੀ ਕਰ ਲਈ, ਤਾਂ ਹਜ਼ੂਰ ਕਹਿੰਦੇ ਉਹ ਸੱਪ ਦੀ ਜੂਨ ਵਿੱਚ ਫਿਰ ਗਿਆ। ਭਾਵ ਜਿਸ ਮਨੁੱਖ ਨੇ ਰਾਜ ਪਾਗ ਮਾਇਆ ਇਕੱਠੀ ਕਰਕੇ ਕੋਈ ਪੁੰਨ ਦਾਨ ਨਹੀਂ ਕੀਤਾ, ਕੋਈ ਰੱਬ ਦੀ ਭਗਤੀ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਤਾਂ ਹਜ਼ੂਰ ਕਹਿੰਦੇ ਭਾਈ ਉਸ ਨੂੰ ਸੱਪ ਦੀ ਜੂਨ ਵਿੱਚ ਹੀ ਜਾਣਾ ਪੈਂਦਾ ਹੈ। ਇੱਕ ਥਾਂ ਤੇ ਭਗਤ ਤਰਲੋਚਨ ਜੀ ਨੇ ਵੀ ਇਹ ਗੱਲ ਲਿਖੀ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਜੇ ਆਂਦੇ ਸਮੇਂ ਸੱਪ ਮਾਇਆ ਵੱਲ ਸੁਤਾ ਰਹਿ ਗਈ ਤੇ ਉਹਨੂੰ ਸੱਪ ਦੀ ਜੂਨ ਮਿਲਦੀ ਹੈ, ਤੇ ਫਿਰ ਉਹ ਆਪਣੇ ਖਜ਼ਾਨੇ ਤੇ ਕੁੰਡਲ ਮਾਰ ਕੇ ਬੈਠ ਜਾਂਦਾ, ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ। ਅਕਸਰ ਜਿਹੜੇ ਪੁਰਾਣੇ ਰਾਜੇ ਮਹਾਰਾਜੇ ਹੁੰਦੇ ਸਨ, ਧਰਤੀ ਵਿੱਚ ਹੀ ਤਨ ਦੱਬਦੇ ਸਨ, ਤੇ ਜਿਹੜੇ ਫਿਰ ਥੇ ਬਣੇ ਸਨ, ਉਹਨਾਂ ਵਿੱਚ ਸੱਪ ਬਣ ਕੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਹੜੇ ਇਹੋ ਜਿਹੇ ਲੋਕ ਨੇ ਮਾਇਆ ਧਾਰੀ, ਜੇ ਉਹਨਾਂ ਨੂੰ ਰੱਬ ਨਹੀਂ ਚੇਤੇ ਆਉਂਦਾ ਤੇ ਫਿਰ ਸੱਪ ਦੀ ਜੂਨ ਵਿੱਚ ਹੀ ਉਹਨਾਂ ਨੂੰ ਜਾਣਾ ਪੈਂਦਾ ਹੈ। ਬਹੁਤ ਧਨਾਢ ਆਚਾਰਵੰਤ, ਸੋਭਾ ਨਿਰਮਲ ਰੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨੁੱਖ ਰਾਜਨੀਤਿਕ ਤੌਰ ਤੇ ਸਮਾਜਿਕ ਪੱਖ ਤੋਂ ਵੀ ਆਪਣੇ ਆਪ ਨੂੰ ਬਹੁਤ ਉੱਚਾ ਬਣਾ ਲਵੇ, ਬਹੁਤ ਧਨਾਢ ਤੇ ਬਹੁਤ ਅਮੀਰ ਵੀ ਬਣ ਜਾਵੇ, ਧਨਪਤੀ ਕੁਬੇਰ ਵੀ ਬਣ ਜਾਵੇ, ਤੇ ਆਚਾਰਵੰਤ, ਇਹਦੇ ਨਾਲ ਲੋਕ ਭਲਾਈ ਦੇ ਕੰਮ ਵੀ ਕਰੇ, ਤੇ ਸੋਭਾ ਵੀ ਕਰਵਾ ਲਵੇ, ਤੇ ਨਿਰਮਲ ਰੀਤ ਤੇ ਬਹੁਤ ਚੰਗੀ ਮਰਜ਼ਾਦਾ ਨੂੰ ਵੀ ਧਾਰਨ ਕਰ ਲਵੇ। ਮਾਤ ਪਿਤਾ ਸੁਤ ਭਾਈਆ,
ਸਾਜਨ ਸੰਗ ਪਰੀਤ। ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੋਵੇ, ਮਾਤਾ ਪਿਤਾ ਪੁੱਤਰ ਭਰਾਵਾਂ ਦੇ ਨਾਲ ਵੀ, ਤੇ ਜਿਹੜੇ ਹੋਰ ਸੱਜਣ ਮਿੱਤਰ ਨੇ ਉਹਨਾਂ ਦੇ ਨਾਲ ਵੀ ਚੰਗਾ ਪ੍ਰੇਮ ਪਿਆਰ ਬਣਿਆ ਹੋਵੇ। ਕਿਉਂਕਿ ਇਹ ਵੀ ਵੱਡੀ ਗੱਲ ਹੈ ਨਾ, ਜੇ ਹੁਣ ਮਨੁੱਖ ਦੇ ਕੋਲੇ ਮਾਇਆ ਵੀ ਹੋਵੇ, ਹੋਰ ਸਾਰਾ ਕੁਝ ਹੋਵੇ, ਪਰ ਜੇ ਪਰਿਵਾਰ ਵਿੱਚ ਬੇਇਤਫਾਕੀ ਹੋਵੇ ਤੇ ਫਿਰ ਵੀ ਸਭ ਕੁਝ ਬੇਅਰਥ ਹੋ ਕੇ ਰਹਿ ਜਾਂਦਾ ਹੈ। ਹਜ਼ੂਰ ਕਹਿੰਦੇ ਮਾਤਾ ਪਿਤਾ ਪੁੱਤਰ ਭਰਾਵਾਂ ਤੇ ਮਿੱਤਰਾਂ ਸੱਜਣਾ ਦੇ ਨਾਲ ਵੀ ਪ੍ਰੀਤੀ ਹੋਵੇ। ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲਸ਼ਕਰ ਤਸ਼ਕਰ ਬੰਦ ਵੀ ਜਿਹੜੇ ਤਰਕਸ਼ ਬੰਦ ਦਾ ਅਰਥ ਹੈ ਵੀ ਜਿਹੜੇ ਪੱਥਿਆਂ ਨੂੰ ਬੰਨਣ ਵਾਲੇ ਤਰਕਸ਼ ਬੰਦ। ਜਿਹੜੇ ਸਿਪਾਹੀ ਨੇ ਪਹਿਲੇ ਸਮੇਂ ਦੇ ਵਿੱਚ ਤੀਰਾਂ ਕਮਾਨਾਂ ਦੇ ਨਾਲ ਹੀ ਸਿਪਾਹੀ ਲੜਾਈ ਲੜਦੇ ਸਨ, ਕਿਉਂਕਿ ਗੋਲੀ ਸਿੱਕਾ ਉਸ ਵੇਲੇ ਤਿਆਰ ਨਹੀਂ ਸੀ। ਪਹਿਲਾਂ ਤੀਰ ਕਮਾਨਾਂ ਦੇ ਨਾਲ ਲੜਾਈ ਹੁੰਦੀ, ਫਿਰ ਬਰਸ਼ਿਆਂ ਦੇ ਨਾਲ ਲੜਾਈ ਹੁੰਦੀ, ਫਿਰ ਤਲਵਾਰਾਂ ਦੇ ਨਾਲ, ਫਿਰ ਕਟਾਰਾਂ ਦੇ ਨਾਲ, ਤੇ ਫਿਰ ਹੱਥਾਂ ਦੇ ਨਾਲ ਲੜਾਈ ਕਰਦੇ ਸਨ। ਹਜ਼ੂਰ ਕਹਿੰਦੇ ਲਸ਼ਕਰ ਤਰਕਸ ਬੰਦ ਵੀ ਜਿਹੜੇ ਕੋਈ ਤਰਕਸ਼ਬੰਦ ਪੱਥਿਆਂ ਵਿੱਚ ਜਿਨ੍ਹਾਂ ਦੇ ਤੀਰ ਪਾਏ ਹੋਏ ਸਨ, ਐਸੇ ਜਿਹੜੇ ਤਰਕਸ਼ਬੰਦ ਸੂਰਮੇ ਨੇ ਫੌਜ ਦੇ, ਉਹ ਵੀ ਸਲਾਮਾਂ ਕਰਦੇ ਹੋਣ ਤੇ ਜੀਓ ਜੀਓ ਸਗਲੀ ਕੀ ਜਦੋਂ ਵੀ ਆਵੇ ਆਓ ਜੀ ਜੀ ਆਇਆਂ ਨੂੰ ਸਾਰੇ ਜੀਓ ਜੀਓ ਕਹਿ ਕੇ ਸਤਿਕਾਰ ਦਿੰਦੇ ਹੋਣ। ਚਿਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ ਉਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਨਾ ਆਇਆ, ਸੰਸਾਰਕ ਦ੍ਰਿਸ਼ਟੀਕੋਣ ਤੋਂ ਚਾਹੇ ਮਾਇਆ ਧਾਰੀ ਵੀ ਬਣ ਗਿਆ ਤੇ ਨਾਲ ਸੋਭਾ ਵੀ ਕਰਵਾ ਲਈ, ਮਾਤਾ ਪਿਤਾ ਪੁੱਤਰ ਭਰਾਵਾਂ ਦੇ ਨਾਲ ਪਿਆਰ ਮੁਹੱਬਤ ਵੀ ਬਣਾਈ ਰੱਖੀ ਤੇ ਬਹੁਤ ਸਾਰੀ ਫੌਜ ਵੀ ਲਾਓ ਲਸ਼ਕਰ ਵੀ ਰੱਖ ਲਿਆ ਤੇ ਫੌਜੀ ਸਿਪਾਹੀ ਸਲਾਮਾਂ ਵੀ ਕਰਦੇ ਹੋਣ, ਪਰ ਹਜ਼ੂਰ ਕਹਿੰਦੇ ਜੇ ਵਾਹਿਗੁਰੂ ਚੇਤੇ ਨਾ ਆਇਆ ਤਾਂ ਖੜ ਰਸਾਤਲ ਦੀ, ਤਾਂ ਉਹਨੂੰ ਖੜ ਲਿਜਾ ਕੇ, ਰਸਾਤਲ ਦਾ ਅਰਥ ਹੈ ਦੋਜਕ ਦੇ ਵਿੱਚ, ਨਰਕਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ ਨਾ ਤੇ ਸਰੀਰ ਨੂੰ ਕੋਈ ਰੋਗ ਹੋਵੇ, ਸਰੀਰ ਵੀ ਬਿਲਕੁਲ ਬਿਮਾਰੀ ਤੋਂ ਮੁਕਤ ਹੋਵੇ, ਤੇ ਨਾ ਹੀ ਕੋਈ ਛਿੱਦਰ ਹੋਰ ਕੋਈ ਕਿਸੇ ਕਿਸਮ ਦਾ ਵੱਜ ਹੋਵੇ, ਕੋਈ ਦੋਸ਼ ਹੋਵੇ, ਨਾ ਕਿਛ ਕਾੜਾ ਸੋਗ, ਤੇ ਨਾ ਹੀ ਕੁਝ ਝੋਰਾ ਤੇ ਨਾ ਹੀ ਕੋਈ ਸੋਗ ਗਮ ਦਾ ਨਾਮੋ ਨਿਸ਼ਾਨ ਹੋਵੇ। ਮਿਰਤ ਨਾ ਵੀ ਚਿਤ ਤਿਸ ਅਹਨਿਸ ਭੋਗੈ ਭੋਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰੀਰ ਅਰੋਗ ਹੈ, ਕੋਈ ਹੋਰ ਵੀ ਛਿੱਦਰ ਵੱਜ ਨਹੀਂ ਹੈ, ਨਾ ਕੋਈ ਚੋਰਾ ਹੈ, ਨਾ ਕੋਈ ਗਮ ਹੈ, ਤੇ ਮੌਤ ਵੀ ਕਦੇ ਚੇਤੇ ਨਹੀਂ ਆਉਂਦੀ, ਤੇ ਰਾਤ ਦਿਨ ਪਦਾਰਥਾਂ ਦੇ ਭੋਗ ਭੋਗਦਾ ਹੈ ਤੇ ਅਨੇਕਾਂ ਤਰ੍ਹਾਂ ਦੇ ਪਦਾਰਥਕ ਸੁਖ ਮੰਨ ਰਿਹਾ ਹੈ। ਸਭ ਕਿਛ ਕੀਤੋ ਨ ਆਪਣਾ ਜੀਐ ਨ ਸੰਕ ਧਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਕੁਝ ਆਪਣਾ ਕਰ ਲਿਆ ਹੋਵੇ, ਧਰਤੀ ਵੀ ਸਮੁੰਦਰ ਵੀ ਆਕਾਸ਼ ਵੀ ਸਾਰਾ ਆਪਣਾ ਕਰ ਲਿਆ ਹੋਵੇ, ਜੀਏ ਨਾ ਸ਼ੰਕ ਧਰਿਆ, ਤੇ ਆਪਣੇ ਜੀਵ ਵਿੱਚ ਕਿਸੇ ਦੀ ਵੀ ਸ਼ੰਕਾ ਨਾ ਰੱਖੇ, ਭਾਵ ਕਿਸੇ ਦੁਸ਼ਮਣ ਦਾ ਵੀ ਡਰ ਪੈ ਚੁਕਾ ਦੇਵੇ। ਇਤਨਾਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਨਹੀਂ ਆਇਆ, ਜਮ ਕੰਕਰ ਵਸ ਪਰਿਆ, ਆਖਿਰ ਉਹ ਵੀ ਜਮ ਦੂਤਾਂ ਦੇ ਵਸ ਹੀ ਪਿਆ। ਭਾਵ ਚਾਹੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਆਦਮੀ ਕਿੰਨਾ ਵੀ ਉੱਚਾ ਬਣ ਜਾਵੇ, ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਕਿੰਨਾ ਵੀ ਮਹਾਨ ਬਣ ਜਾਵੇ, ਪਰ ਜੇ ਸਿਮਰਨ ਨਹੀਂ ਤੇ ਉਹਨੂੰ ਜਮਾਂ ਦੇ ਵਸ ਹੀ ਪੈਣਾ ਪਵੇਗਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਹੋਵੇ ਸਾਧੂ ਸੰਗ, ਉਹਨੂੰ ਭਾਈ ਸਾਧੂ ਦਾ ਸੰਗ, ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ। ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਉ ਰੰਗ। ਲਓ ਜੀਵਨ ਸਫਲਤਾ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜ ਸਾਨੂੰ ਦੱਸ ਰਹੇ ਹਨ, ਬਈ ਜਦੋਂ ਵਾਹਿਗੁਰੂ ਮਿਹਰਬਾਨ ਹੋਵੇ ਤੇ ਫਿਰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ,
ਤੇ ਜਿਉਂ-ਜਿਉਂ ਉਹ ਵਧਾਈਏ, ਜਿਵੇਂ-ਜਿਵੇਂ ਆਪਾਂ ਗੁਰੂ ਦੀ ਸੰਗਤ ਦਾ ਸਮਾਂ ਵਧਾਈਏ, ਤਿਉਂ-ਤਿਉਂ ਹਰਸਿਓ ਰੰਗ, ਉਵੇਂ-ਉਵੇਂ ਵਾਹਿਗੁਰੂ ਦਾ ਪ੍ਰੇਮ ਲੱਗਦਾ ਹੈ। ਦੁਹਾਂ ਸਿਰਿਆਂ ਕਾ ਖਸਮ ਆਪ, ਆਵਰ ਨ ਦੂਜਾ ਥਾਉ। ਭਾਵ ਸਾਧੂ ਦਾ ਸੰਗ, ਨਾਮ ਦਾ ਰੰਗ। ਸਾਧ ਸੰਗਤ ਵਿੱਚੋਂ ਹੀ ਵਾਹਿਗੁਰੂ ਦੇ ਨਾਲ ਪ੍ਰੇਮ ਲੱਗਦਾ ਹੈ। ਦੁਹਾਂ ਸਿਰਿਆਂ ਕਾ ਖਸਮ ਆਪ, ਹਜ਼ੂਰ ਕਹਿੰਦੇ ਦੋਨਾਂ ਸਿਰਿਆਂ ਦਾ ਮਾਲਕ ਤੇ ਵਾਹਿਗੁਰੂ ਆਪ ਹੈ। ਇੱਕ ਸੰਸਾਰ ਹੈ, ਦੂਸਰਾ ਪਰਲੋਕ ਹੈ। ਇੱਕ ਜਨਮ ਹੈ, ਦੂਸਰੀ ਮੌਤ ਹੈ। ਇਹਨਾਂ ਦੋਨਾਂ ਸਿਰਿਆਂ ਦਾ ਮਾਲਕ ਵਾਹਿਗੁਰੂ ਆਪ ਹੈ। ਅਵਰ ਨਾ ਦੂਜਾ ਥਾਂ ਪਾਈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਟਿਕਾਣਾ ਹੀ ਨਹੀਂ ਹੈ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਸਤਿਗੁਰੂ ਦੇ ਪ੍ਰਸੰਨ ਹੋਣ ਦੇ ਨਾਲ ਇਸ ਦਾਤ ਨੂੰ ਪ੍ਰਾਪਤ ਕੀਤਾ ਹੈ। ਕਿਹੜੀ ਦਾਤ? ਨਾਨਕ ਸੱਚਾ ਨਾਮ, ਜਿਹੜੀ ਸੱਚੇ ਨਾਮ ਦੀ ਦਾਤ ਹੈ। ਜਪਮਾਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵੀ ਇਹ ਜਿਹੜਾ ਸੱਚਾ ਨਾਮ ਹੈ, ਸੱਚੇ ਨਾਮ ਦੀ ਅਮੋਲਕ ਦਾਤ ਹੈ, ਅਸੀਂ ਸਤਿਗੁਰੂ ਦੀ ਪ੍ਰਸੰਨਤਾ ਦੁਆਰਾ ਪ੍ਰਾਪਤ ਕਰ ਲਈ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਨ ਬਾਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਿਛਲਾ ਸ਼ਬਦ ਹੈ, ਬਹੁਤ ਸੁੰਦਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇੱਕ ਪਾਸੇ ਦੁਨੀਆ ਦੀਆਂ ਮੁਸ਼ਕਲਾਂ ਦਾ ਦ੍ਰਿਸ਼ ਸਾਹਮਣੇ ਰੱਖਿਆ ਹੈ, ਤੇ ਜੇ ਉਹਨੂੰ ਵਾਹਿਗੁਰੂ ਚੇਤੇ ਆਵੇ ਤੇ ਕਿਵੇਂ ਉਸ ਨੂੰ ਮਹਾਨ ਸਤਕਾਰ ਤੇ ਸਨਮਾਨ ਹਾਸਲ ਹੁੰਦਾ ਹੈ, ਉਹ ਦੱਸਿਆ। ਤੇ ਫਿਰ ਉਸ ਤੋਂ ਬਾਅਦ ਦੁਨੀਆ ਵਿੱਚ ਜਿਹੜਾ ਆਦਮੀ ਖੁਸ਼ਹਾਲ ਹੈ, ਚਾਹੇ ਕਿੰਨਾ ਵੀ ਧਾਰਮਿਕ ਹੈ, ਕਿੰਨਾ ਵੀ ਪੋਲੀਟੀਕਲ ਹੈ, ਪਰ ਜੇ ਵਾਹਿਗੁਰੂ ਭੁੱਲ ਗਿਆ ਤੇ ਉਹਦਾ ਹਸ਼ਰ ਕਿੰਨਾ ਮਾੜਾ ਹੁੰਦਾ, ਉਹ ਸਭ ਕੁਝ ਦੱਸਿਆ ਹੈ। ਅਖੀਰ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਗੁਰੂ ਦਾ ਸੰਗ ਤੇ ਨਾਮ ਦਾ ਰੰਗ ਜਿਹਨੂੰ ਪ੍ਰਾਪਤ ਹੋ ਜਾਵੇ ਤੇ ਬਈ ਉਹਦੀ ਚੜ੍ਹਦੀ ਕਲਾ ਹੁੰਦੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ, ਜਾਨੋ ਨਹੀਂ ਪਾਵੈ ਕਵਨ ਬਾਤਾ ਮਨ ਖੋਜ ਮਾਰਗ। ਇਹ ਪਹਿਲੀ ਪੰਕਤੀ ਵੀ ਹੈ ਸ਼ਬਦ ਦੀ, ਤੇ ਨਾਲ ਸਿਧਾਂਤਕ ਪੰਕਤੀ ਵੀ ਇਹੀ ਹੈ। ਆਮ ਤੌਰ ਤੇ ਰਹਾਉ ਦੀਆਂ ਪੰਕਤੀਆਂ ਸ਼ਬਦ ਦੇ ਵਿਚਕਾਰ ਵੀ ਆਉਂਦੀਆਂ ਨੇ, ਪਰ ਇੱਥੇ ਪਹਿਲਾਂ ਹੀ ਗੁਰੂ ਮਹਾਰਾਜ ਨੇ ਲਿਖੀ ਹੈ। ਹਜ਼ੂਰ ਕਹਿੰਦੇ ਨੇ, ਜਾਨੋ ਨਹੀਂ ਪਾਵੈ ਕਵਨ ਬਾਤਾ, ਮੈਂ ਇਸ ਗੱਲ ਨੂੰ ਨਹੀਂ ਜਾਣਦਾ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਸਾਨੂੰ ਕਿਸੇ ਨੂੰ ਵੀ ਨਹੀਂ ਪਤਾ। ਠੀਕ ਹੈ, ਭਾਵੇਂ ਅਸੀਂ ਕੋਈ ਸੇਵਾ ਕਰਦਾ ਹੈ, ਕੋਈ ਨਿਤਨੇਮ ਕਰਦਾ ਹੈ, ਕੋਈ ਭਜਨ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਕੋਈ ਪੁੰਨ ਦਾਨ ਕਰਦਾ ਹੈ, ਕੋਈ ਤੀਰਥ ਇਸ਼ਨਾਨ ਕਰਦਾ ਹੈ, ਕੋਈ ਵਰਤ ਰੱਖਦਾ ਹੈ, ਕੋਈ ਹੋਰ ਜਪ ਤਪ ਕਰਦਾ ਹੈ, ਪਰ ਹਜ਼ੂਰ ਕਹਿੰਦੇ ਸਾਨੂੰ ਪਤਾ ਹੀ ਨਹੀਂ ਰੱਬ ਨੂੰ ਕੀ ਪਾਉਂਦਾ। ਮਨ ਖੋਜ ਮਾਰਗ। ਇਸੇ ਲਈ ਹਜ਼ੂਰ ਕਹਿੰਦੇ, ਐ ਮਨ ਤੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਖੋਜ, ਉਹ ਰਸਤੇ ਦੀ ਭਾਲ ਕਰ ਜਿਸ ਦੁਆਰਾ ਵਾਹਿਗੁਰੂ ਪਰਮੇਸ਼ਰ ਤੈਨੂੰ ਮਿਲ ਸਕਦਾ ਹੈ। ਰਹਾਉ ਧਿਆਨੀ ਧਿਆਨ ਲਾਵਹਿ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਹੋਰ ਅਨੇਕਾਂ ਹੀ ਮਤ ਮਤਾਂਤਰਾਂ ਦੇ ਲੋਕ ਨੇ ਕੀ ਕੁਛ ਕਰ ਰਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਹਨ ਤੇ ਅਖੀਰ ਤੇ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਉਹਨੂੰ ਪ੍ਰਗਟਾਉਣਗੇ। ਧਿਆਨੀ ਧਿਆਨ ਲਾਵੇ। ਜਿਹੜੇ ਧਿਆਨਵਾਦੀ ਲੋਕ ਨੇ ਵੀ ਉਹ ਕਈ ਤਰ੍ਹਾਂ ਦਾ ਧਿਆਨ ਲਾਉਂਦੇ ਨੇ। ਕੋਈ ਵਿਸ਼ਨੂੰ ਦੀ ਮੂਰਤੀ ਦਾ ਧਿਆਨ ਕਰਦਾ ਹੈ, ਕੋਈ ਗਣੇਸ਼ ਦਾ ਧਿਆਨ ਕਰਦਾ ਹੈ, ਕੋਈ ਸ਼ਿਵਾ ਦਾ ਧਿਆਨ ਕਰਦਾ ਹੈ, ਕੋਈ ਦੇਵੀ ਦਾ ਧਿਆਨ ਕਰਦਾ ਹੈ, ਕੋਈ ਕਿਸੇ ਮੂਰਤੀ ਦਾ ਧਿਆਨ ਧਾਰੀ ਜਾਂਦਾ ਹੈ। ਹਜ਼ੂਰ ਕਹਿੰਦੇ ਧਿਆਨੀ ਲੋਕ ਧਿਆਨ ਲਾਉਂਦੇ ਹਨ। ਗਿਆਨੀ ਗਿਆਨ ਕਮਾਵਹਿ। ਤੇ ਜਿਹੜੇ ਗਿਆਨਵਾਨ ਲੋਕ ਨੇ ਉਹ ਗਿਆਨ ਕਮਾਉਂਦੇ ਨੇ, ਉਹ ਗਿਆਨ ਦੀਆਂ ਗੱਲਾਂ ਕਰਦੇ ਹਨ। ਪ੍ਰਭ ਕਿਨਹੀ ਜਾਤਾ। ਪਰ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਤਾਂ ਕਿਸੇ ਵਿਰਲੇ ਨੇ ਹੀ ਜਾਣਿਆ ਹੈ। ਭਗਉਤੀ ਰਹਿਤ ਜੁਗਤਾ। ਹਜ਼ੂਰ ਕਹਿੰਦੇ ਭਗਉਤੀ ਵੀ ਇੱਕ ਪੰਥ ਹੈ, ਸੋ ਭਗਉਤੀ ਜੋ ਭਗਵੰਤਾ ਜਾਣੇ। ਹਜ਼ੂਰ ਕਹਿੰਦੇ ਜਿਹੜਾ ਭਗਉਤੀ ਉਹ ਹੈ ਰਹਿਤ ਜੁਗਤਾ, ਵੀ ਜਿਹੜਾ ਆਪਣੇ ਧਰਮ ਦੀ ਜੁਗਤੀ ਦੇ ਵਿੱਚ ਹਮੇਸ਼ਾ ਲਈ ਜੁੜਿਆ ਰਹਿੰਦਾ ਹੈ। ਜੋਗੀ ਕਹਿਤ ਮੁਕਤਾ। ਜਿਹੜਾ ਭਗਉਤੀ ਪੰਥ ਵਾਲਾ ਹੈ ਉਹ ਆਪਣੇ ਧਰਮ ਦੀ ਜੁਗਤ ਵਿੱਚ ਹਮੇਸ਼ਾ ਲਈ ਕਾਇਮ ਰਹਿੰਦਾ ਹੈ
ਤੇ ਜਿਹੜਾ ਯੋਗੀ ਹੈ ਉਹ ਯੋਗ ਸਾਧਨਾ ਕਰਕੇ ਕਹਿੰਦਾ ਮੈਂ ਹੁਣ ਮੁਕਤ ਹੋ ਗਿਆ ਹਾਂ। ਤਪਸੀ ਤਪਹਿ ਰਾਤਾ, ਜਿਹੜਾ ਕੋਈ ਤਪਸਵੀ ਹੈ ਉਹ ਤਪ ਦੇ ਵਿੱਚ ਰਾਤਾ ਦਾ ਅਰਥ ਹੈ ਮਗਨ ਹੋਇਆ ਹੋਇਆ। ਜਿਹੜੇ ਤਪੀਏ ਲੋਕ ਨੇ ਤਪ ਦੇ ਵਿੱਚ ਹੀ ਮਗਨ ਹੋਏ ਨੇ, ਉਹਨਾਂ ਦਾ ਧਿਆਨ ਉੱਥੇ ਹੀ ਲੱਗਿਆ ਹੋਇਆ ਹੈ। ਮੋਨੀ ਮੋਨ ਧਾਰੀ, ਕਈ ਐਸੇ ਮੋਨੀ ਲੋਕ ਨੇ ਜਿਹੜੇ ਮੋਨ ਹੀ ਧਾਰਨ ਕਰਦੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਮੋਨ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਕਿ ਜੇ ਮਨ ਦੇ ਵਿੱਚ ਕਲਪਨਾ ਬਣੀ ਹੋਈ ਹੈ, ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ। ਜੇ ਹਿਰਦੇ ਵਿੱਚ ਤੇ ਫੁਰਨੇ ਉੱਠ ਰਹੇ ਨੇ, ਉਤੋਂ ਮੌਨ ਵੀ ਧਾਰਨ ਕਰ ਲਿਆ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ। ਹਾਂ, ਜਦੋਂ ਅੰਦਰੋਂ ਮਨ ਵੀ ਚੁੱਪ ਹੋ ਜਾਵੇ ਫਿਰ ਮੌਨ ਧਾਰਨ ਕੀਤਾ ਹੋਇਆ ਸਫਲ ਹੁੰਦਾ ਹੈ। ਹਜ਼ੂਰ ਕਹਿੰਦੇ ਮੌਨੀ ਲੋਕ ਮੌਨ ਧਾਰਨ ਕਰ ਰਹੇ ਹਨ। ਸੰਨਿਆਸੀ ਬ੍ਰਹਮਚਾਰੀ, ਜਿਹੜੇ ਸੰਨਿਆਸੀ ਲੋਕ ਨੇ ਉਹ ਸੰਨਿਆਸ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਗਿਣਦੇ ਨੇ, ਤੇ ਜਿਹੜੇ ਬ੍ਰਹਮਚਾਰੀ ਲੋਕ ਨੇ ਉਹ ਆਪਣੇ ਆਪ ਨੂੰ ਬ੍ਰਹਮਚਾਰੀ ਦਾ ਧਾਰਨੀ ਦੱਸ ਕੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਹਨ। ਉਦਾਸੀ ਉਦਾਸ ਰਾਤਾ, ਤੇ ਜਿਹੜੇ ਪਾਏ ਉਦਾਸੀ ਭੇਖ ਵਾਲੇ ਨੇ, ਕਿਉਂਕਿ ਉਦਾਸੀ ਵੀ ਇੱਕ ਸੰਪਰਦਾਇ ਹੈ ਨਾ, ਹੈ ਤੇ ਇਹ ਵੀ ਸਿੱਖ ਧਰਮ ਦਾ ਹੀ ਇੱਕ ਫਿਰਕਾ ਸੀ, ਪਰ ਹੁਣ ਇਹਨਾਂ ਦਾ ਸੰਬੰਧ ਕੁਝ ਵੱਖਰਾ ਹੋ ਗਿਆ ਹੈ। ਹਜ਼ੂਰ ਕਹਿੰਦੇ ਨੇ ਉਦਾਸੀ ਉਦਾਸ ਰਾਤਾ, ਜਿਹੜਾ ਉਦਾਸੀ ਸੰਪਰਦਾਇ ਵਾਲਾ ਕੋਈ ਸਾਧੂ ਹੈ ਉਹ ਆਪਣੇ ਉਦਾਸ ਧਰਮ ਦੇ ਵਿੱਚ ਹੀ ਰਾਤਾ ਦਾ ਅਰਥ ਪ੍ਰੇਮ ਕਰ ਰਿਹਾ ਹੈ। ਭਗਤ ਨਵੈ ਪਰਕਾਰਾ, ਤੇ ਜਿਹੜਾ ਆਪਣੇ ਆਪ ਨੂੰ ਭਗਤ ਸਦਵਾਉਂਦਾ ਹੈ ਉਹ 9 ਪ੍ਰਕਾਰ ਦੀ ਭਗਤੀ ਵੀ ਕਰਦਾ ਹੈ। ਉਹ 9 ਪ੍ਰਕਾਰ ਦੀ ਭਗਤੀ ਹੈ ਸਰਵਣ ਸਿਮਰਨ ਔ ਕੀਰਤਨ, ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਸਰਵਨ ਵੇਦਨ ਜਾਨ। ਇਉਂ ਜਿਹੜਾ ਭਗਤ ਹੈ 9 ਪ੍ਰਕਾਰ ਦੀ ਭਗਤੀ ਕਰ ਰਿਹਾ ਹੈ। ਪੰਡਤ ਵੇਦ ਪੁਕਾਰਾ, ਤੇ ਜਿਹੜਾ ਪੰਡਤ ਹੈ, ਵਿਦਵਾਨ ਹੈ, ਕੋਈ ਸ਼ਾਸਤਰ ਬੇਤਾ ਹੈ, ਉਹ ਵੇਦ ਪੁਕਾਰਾ, ਉਹ ਭਾਈ ਵੇਦ ਨੂੰ ਹੀ ਪੜ੍ਹਦਾ ਹੈ। ਉਹ ਕਹਿੰਦਾ ਵੇਦ ਪੜ੍ਹਨਾ ਹੀ ਸਭ ਤੋਂ ਵੱਡਾ ਧਰਮ ਕਰਮ ਹੈ। ਗ੍ਰਸਤੀ ਗ੍ਰਸਤ ਧਰਮਾਤਾ, ਹਜ਼ੂਰ ਕਹਿੰਦੇ ਨੇ ਜੇ ਕੋਈ ਗ੍ਰਸਤੀ ਹੈ ਤੇ ਉਹ ਗ੍ਰਸਤ ਧਰਮ ਦੇ ਵਿੱਚ ਹੀ ਮਗਨ ਹੋ ਰਿਹਾ ਹੈ। ਤੇ ਜਾਂ ਗ੍ਰਸਤੀ ਗ੍ਰਸਤ ਧਰਮਾਤਾ, ਜਿਹੜਾ ਗ੍ਰਸਤੀ ਆਦਮੀ ਹੈ, ਕਬੀਲਦਾਰ ਹੈ, ਉਹ ਗ੍ਰਸਤ ਧਰਮ ਨੂੰ ਵੀ ਅਤੀ ਉੱਤਮ ਸਮਝਦਾ ਹੈ। ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਲੋ ਹਜ਼ੂਰ ਕਹਿੰਦੇ ਨੇ ਕਈ ਇੱਕ ਸ਼ਬਦੀ ਇੱਕ ਸ਼ਬਦ ਬੋਲਦੇ ਨੇ, ਜਿਵੇਂ ਅਲਖ ਤੇ ਜਾਂ ਕੋਈ ਨਾ ਕੋਈ ਹੋਰ ਹਰੀ ਨਾਰਾਇਣ, ਇਹੋ ਜਿਹੇ ਸ਼ਬਦ ਬੋਲ ਬੋਲ ਕੇ ਜਾਂ ਹਰੀ ਹਰੀ ਜਾਂ ਰਾਮ ਰਾਮ ਕਹਿ ਕੇ ਇੱਕ ਸ਼ਬਦ ਬੋਲ ਕੇ ਭਿਖਿਆ ਮੰਗਦੇ ਨੇ, ਉਹਨਾਂ ਨੂੰ ਇੱਕ ਸ਼ਬਦੀ ਕਹਿੰਦੇ ਨੇ, ਜਿਹੜੇ ਇੱਕ ਸ਼ਬਦ ਤੋਂ ਬਿਨਾਂ ਹੋਰ ਕੁਝ ਨਹੀਂ ਬੋਲਦੇ। ਹਜ਼ੂਰ ਕਹਿੰਦੇ ਨੇ ਐਸੇ ਵੀ ਲੋਕ ਨੇ ਜਿਹੜੇ ਇੱਕ ਸ਼ਬਦੀਏ ਨੇ, ਜਿਹੜੇ ਹਰੀ ਨਾਰਾਇਣ ਜਾਂ ਅਲਖ ਕਹਿ ਕੇ ਹੀ ਭਿਖਿਆ ਮੰਗਦੇ ਨੇ। ਬਹੁ ਰੂਪ, ਤੇ ਕਈ ਬਹੁਤੇ ਰੂਪ ਧਾਰਨ ਕਰਦੇ ਨੇ, ਵੱਡ ਰੂਪੀਏ ਹਨ, ਤੇ ਅਵਧੂਤਾ, ਤੇ ਕਈ ਪਾਈ ਨਾਂਗੇ ਬਰਕਤ ਸਾਧੂ ਵੀ ਹਨ। ਕਾਪੜੀ ਕਉ ਤੇ ਜਾਗੂਤਾ, ਇਹ ਅਨੇਕਾਂ ਤਰ੍ਹਾਂ ਦੇ ਜਿਹੜੇ ਭੇਖ ਨੇ, ਫਿਰਕੇ ਨੇ, ਉਹਨਾਂ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ। ਕਾਪੜੀ ਦਾ ਅਰਥ ਹੈ ਕਾਪੜੀਏ ਵੀ ਭੇਖ ਹੈ। ਇਹ ਜਿਹੜੇ ਕਾਪੜੀਏ ਭੇਖ ਵਾਲੇ ਲੋਕ ਨੇ ਸ਼ਿਵ ਜੀ ਨੂੰ ਮੰਨਦੇ ਨੇ, ਇਸ ਲਈ ਜਿਹੜੇ ਕਾਪੜੀਏ ਨੇ ਤੇ ਉਹ ਵੀ ਆਪਣੇ ਆਪ ਨੂੰ ਬਹੁਤ ਪਹੁੰਚੇ ਹੋਏ ਮੰਨਦੇ ਨੇ। ਤੇ ਕੌਤੇ ਦਾ ਅਰਥ ਹੈ ਜਿਹੜੇ ਕਲੌਤ ਨੇ, ਜਿਹੜੇ ਕਵੀ ਲੋਕ ਨੇ, ਕਵਿਤਾ ਰਚਨ ਵਾਲੇ, ਉਹ ਵੀ ਆਪਣੇ ਆਪ ਨੂੰ ਬਹੁਤ ਉੱਚੇ ਮੰਨਦੇ ਨੇ। ਹਮ ਬਾੜ ਕਾਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਸਭ ਦੇ ਮਨ ਦੇ ਵਿੱਚ ਹੰਕਾਰ ਬੋਲ ਰਿਹਾ ਹੈ। ਹਜ਼ੂਰ ਕਹਿੰਦੇ ਨੇ ਜਾਗੂਤਾ, ਤੇ ਕਈ ਭਾਈ ਜਗਰਾਤੇ ਵੀ ਕਰਨ ਵਾਲੇ ਨੇ। ਆ ਤੁਸੀਂ ਇੰਡੀਆ ਵਿੱਚ ਜਾਓ ਤੇ ਕਈ ਵਾਰੀ ਉਹ ਜਿਹੜੇ ਦੇਵੀ ਦੇ ਭਗਤ ਨੇ ਉਹ ਜਗਰਾਤੇ ਕਰਦੇ ਨੇ। ਉਹ ਰਾਤ ਨੂੰ ਫਿਰ ਉਹ ਆਪਦੇ ਸਾਜ਼ ਵਜਾ ਕੇ ਤੇ ਉਹ ਸ਼ਿਵ ਜੀ ਦੇ ਭਜਨ ਉਹ ਦੇਵੀ ਦੇ ਭਜਨ ਗਾਉਂਦੇ ਨੇ। ਐਸੇ ਲੋਕ ਜਗਰਾਤੇ ਵੀ ਕਰਦੇ ਨੇ। ਤੇ ਕਿ ਸਾਡੇ ਵੀ ਸਿੰਘ ਨੇ ਉਹ ਵੀ ਰਹਿਣ ਸਬਾਈ ਕੀਰਤਨ ਕਰਦੇ ਨੇ। ਇਹ ਜਾਗੂਤਾ ਦਾ ਅਰਥ ਜਿਹੜੇ ਜਗਰਾਤੇ ਕਰਨ ਵਾਲੇ ਨੇ ਉਹਨਾਂ ਦਾ ਹੀ ਵਾਚਕ ਹੈ। ਅਥਵਾ ਕਾਪੜੀ ਕੌਤੇ ਜਾਗੂਤਾ, ਕਾਪੜੀ ਜਿਹੜਾ ਕਾਪੜੀਏ ਭੇਖ ਵਾਲੇ ਨੇ। ਤੇ ਕੌਤੇ ਦਾ ਅਰਥ ਇਹ ਵੀ ਗਿਆਨੀ ਹਰਬੰਸ ਸਿੰਘ ਜੀ ਨੇ ਕੀਤਾ ਵੀ ਜਿਹੜੇ ਕੌਤੇ ਦਾ ਅਰਥ ਹੈ ਜਿਹੜੇ ਕੋਈ ਨਾਟਕੀ ਚੇਟਕੀ ਲੋਕ ਨੇ, ਜਿਹੜੇ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਇਹ ਵੀ ਆਪਣੇ ਆਪ ਨੂੰ ਬਹੁਤ ਵੱਡਾ ਗਿਣਦੇ ਨੇ। ਤੇ ਜਾਗੂਤਾ ਭਾਈ ਜਿਹੜੇ ਜਾਗਣ ਵਾਲੇ ਲੋਕ ਨੇ ਵੀ ਕਹਿੰਦੇ ਅਸੀਂ ਤਾਂ ਜਾਗਦੇ ਹੀ ਰਹਿੰਦੇ ਹਾਂ,
ਇਹਨੂੰ ਵੱਡੀ ਭਗਤੀ ਗਿਣਦੇ ਹਨ। ਇੱਕ ਤੀਰਥ ਨਾਤਾ। ਹਜ਼ੂਰ ਕਹਿੰਦੇ ਨੇ ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਤੀਰਥ ਨਾਤਾ, ਇਹ ਨਾਤਾ ਪਾਠ ਕਰਨਾ ਹੈ ਵੀ ਇੱਕ ਐਸੇ ਵੀ ਲੋਕ ਨੇ ਜਿਹੜੇ ਤੀਰਥਾਂ ਤੇ ਹੀ ਨਹਾਉਂਦੇ ਨੇ। ਉਹ ਕਹਿੰਦੇ ਤੀਰਥਾਂ ਤੇ ਨਹਾਉਣਾ ਹੀ ਸਭ ਤੋਂ ਵੱਡਾ ਧਰਮ ਹੈ, ਤੀਰਥਾਂ ਤੇ ਨਹਾ ਕੇ ਮੁਕਤੀ ਮਿਲ ਜਾਂਦੀ ਹੈ। ਪਰ ਗੁਰਬਾਣੀ ਨੇ ਇਸ ਦਾ ਖੰਡਨ ਕੀਤਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਉਂਦੇ ਨੇ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਤੇ ਭਗਤ ਕਬੀਰ ਜੀ ਨੇ ਬੜਾ ਸੁੰਦਰ ਕਟਾਕਸ਼ ਕੀਤਾ ਹੈ। ਉਹ ਲਿਖਦੇ ਨੇ, ਜਲ ਕੇ ਮੱਜਨ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਹਾਵੇ ਹੈ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੋਨੀ ਆਵੇ। ਜੇ ਕੋਈ ਕੱਲਾ ਤੀਰਥਾਂ ਤੇ ਨਹਾ ਕੇ ਹੀ ਮੁਕਤੀ ਮੰਨਦਾ ਹੈ ਤੇ ਡੱਡੂ ਤੇ ਮੱਛੀਆਂ ਰਹਿੰਦੇ ਹੀ ਤੀਰਥਾਂ ਵਿੱਚ ਨੇ। ਜਿਵੇਂ ਉਹਨਾਂ ਦੀ ਹਾਲਤ ਹੈ ਇਸੇ ਤਰ੍ਹਾਂ ਭਾਈ ਉਹ ਵੀ ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਨੇ ਉਹਨਾਂ ਦੇ ਵੀ ਭਾਈ ਉਹਨਾਂ ਦਾ ਵੀ ਪਾਪ ਨਹੀਂ ਲੈ ਸਕਦੇ ਜਿੰਨਾ ਚਿਰ ਤੱਕ ਉਹ ਨਾਮ ਨਹੀਂ ਜਪਣਗੇ। ਨਿਰਹਾਰ ਵਰਤੇ ਆਪਰਸਾਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਵੀ ਸਾਧੂ ਨੇ ਨਿਰਹਾਰ, ਵੀ ਜਿਹੜੇ ਆਹਾਰ ਤੋਂ ਰਹਿਤ ਨੇ। ਤੇ ਵਰਤੀ ਦਾ ਅਰਥ ਹੈ ਕਿ ਐਸੇ ਸਾਧੂ ਨੇ ਜਿਹੜੇ ਵਰਤ ਰੱਖਦੇ ਨੇ। ਵਰਤ ਕਈ ਪ੍ਰਕਾਰ ਦੇ ਨੇ। ਆ ਪਰਸਾ ਤੇ ਇਹ ਵੀ ਇੱਕ ਕਿਸਮ ਦੇ ਸਾਧੂ ਨੇ ਜਿਨ੍ਹਾਂ ਨੂੰ ਅਪਰਸ ਕਹਿੰਦੇ ਨੇ, ਜਿਨ੍ਹਾਂ ਦੀ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਕੀਤੀ ਹੈ। ਹਜ਼ੂਰ ਕਹਿੰਦੇ ਜਿਹੜੇ ਉਹ ਅਪਰਸ, ਜਿਹੜੇ ਕਿਸੇ ਨੂੰ ਕਹਿੰਦੇ ਹੱਥ ਵੀ ਨਹੀਂ ਲਾਉਣਾ, ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਛੁਹਾਉਂਦੇ, ਉਹਨੂੰ ਅਪਰਸ ਕਹਿੰਦੇ ਨੇ। ਅਥਵਾ ਨਿਰਹਾਰ ਵਰਤੀ ਆਪਰਸਾ। ਕੁਛ ਵਿਦਵਾਨਾਂ ਨੇ ਨਿਰਹਾਰ ਵਰਤੀ ਇਹ ਇਕੱਠਾ ਪਾਠ ਮੰਨ ਕੇ ਵੀ ਜਿਹੜਾ ਨਿਰਹਾਰ ਦੇ ਵਿੱਚ ਵਰਤਣ ਵਾਲੇ ਲੋਕ ਨੇ, ਤੇ ਅਪਰਸਾ ਜਿਹੜੇ ਭਾਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦੇ ਤੇ ਹਮੇਸ਼ਾ ਲਈ ਆਪਣੇ ਹੱਥਾਂ ਨੂੰ ਕੱਪੜੇ ਦੇ ਨਾਲ ਢੱਕ ਕੇ ਰੱਖਦੇ ਨੇ, ਉਹਨਾਂ ਨੂੰ ਅਪਰਸ ਆਖਦੇ ਹਨ। ਇਕ ਲੋਕ ਨਾ ਦੇਵਹਿ ਦਰਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਇਹੋ ਜਿਹੇ ਵੀ ਸਾਧੂ ਨੇ ਬਈ ਜਿਹੜੇ ਭੋਰਿਆਂ ਦੇ ਵਿੱਚ ਲੁਕ ਕੇ ਛਿਲੇ ਕੱਢਦੇ ਨੇ। ਲੋਕ ਹੀ ਜਾਂਦੇ ਨੇ, ਜੇ ਕੋਈ ਜਾਵੇ ਵੀ ਮਹਾਰਾਜ ਅਸੀਂ ਦਰਸ਼ਨ ਕਰਨੇ ਨੇ ਤੇ ਦਰਸ਼ਨ ਵੀ ਨਹੀਂ ਦਿੰਦੇ। ਕਹਿੰਦੇ ਨਹੀਂ ਜੀ ਇਹ ਮਹਾਤਮਾ ਇਹ ਨਹੀਂ ਬਾਹਰ ਆ ਸਕਦੇ, ਇਹ ਤਾਂ ਹੁਣ ਭਜਨ ਪਾਠ ਕਰ ਰਹੇ ਨੇ, ਇਹ ਨਹੀਂ ਦਰਸ਼ਨ ਦੇਣਗੇ। ਕਈ 40-40 ਦਿਨ ਭੋਰਿਆਂ ਵਿੱਚੋਂ ਬਾਹਰ ਨਹੀਂ ਨਿਕਲਦੇ ਤੇ ਕਈ ਪਹਾੜਾਂ ਦੀਆਂ ਗੁਫਾਵਾਂ ਵਿੱਚ ਲੁਕ ਕੇ ਬਹਿੰਦੇ ਨੇ, ਉਹ ਦਰਸ਼ਨ ਵੀ ਨਹੀਂ ਦਿੰਦੇ। ਇਹੋ ਜਿਹੇ ਵੀ ਲੋਕ ਦੁਨੀਆ ਵਿੱਚ ਹਨ। ਇੱਕ ਮਨ ਹੀ ਗਿਆਤਾ। ਤੇ ਇੱਕ ਜਿਹੜੇ ਥੋੜੇ ਜਿਹੇ ਵੱਧ ਪੜ੍ਹੇ ਲਿਖੇ ਹੁੰਦੇ ਨੇ ਨਾ, ਉਹ ਆਪਣੇ ਆਪ ਹੀ ਮਨ ਦੇ ਵਿੱਚ ਉਹ ਗਿਆਤੇ ਬਣੇ ਹੋਏ ਨੇ। ਉਹ ਕਹਿੰਦੇ ਸਾਨੂੰ ਤਾਂ ਸਾਰੀ ਗੱਲ ਦਾ ਪਤਾ ਹੈ, ਸਾਨੂੰ ਤਾਂ ਕੁਝ ਦੱਸਣ ਦੀ ਪੁੱਛਣ ਦੀ ਲੋੜ ਹੀ ਨਹੀਂ। ਜੇ ਕੋਈ ਗੱਲ ਕਰੋ ਵੀ ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਹੈ। ਇੱਕ ਮਨ ਹੀ ਗਿਆਤਾ, ਇੱਕ ਆਪਣੇ ਮਨ ਦੇ ਵਿੱਚ ਹੀ ਬੜੇ ਗਿਆਤੇ ਬਣੇ ਹੋਏ ਹਨ। ਘਾਟ ਨਾ ਕਿਨਹੀ ਕਹਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੁੱਖ ਦੀ ਗੱਲ ਇਹ ਹੈ ਵੀ ਕਿਸੇ ਨੇ ਵੀ ਆਪਣੇ ਆਪ ਨੂੰ ਰੱਬ ਦੀ ਪ੍ਰਾਪਤੀ ਦੇ ਵਾਸਤੇ ਘੱਟ ਨਹੀਂ ਅਖਵਾਇਆ। ਤੇ ਕੀ ਕਹਿੰਦੇ ਨੇ ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਸਭ ਕਹਤੇ ਹੈ ਪਾਇਆ। ਬਈ ਜਿੰਨੇ ਵੀ ਪਿੱਛੇ ਦੱਸੇ ਨੇ ਨਾ, ਜਿੰਨੇ ਪੇਖ ਨੇ, ਜਿੰਨੇ ਫਿਰਕੇ ਨੇ, ਜਿੰਨੇ ਮਤ ਮਤਾਂਤਰ ਨੇ, ਜਿੰਨੇ ਵੀ ਕਿਸਮ ਦੇ ਸਾਧੂ ਮਹਾਤਮਾ ਨੇ, ਸੰਤ ਸਮੂਹ ਅਨੇਕ ਮਤੀ ਕੇ, ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਅਸੀਂ ਰੱਬ ਨੂੰ ਪ੍ਰਾਪਤ ਕੀਤਾ ਹੋਇਆ, ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਰੱਬ ਨੂੰ ਮਿਲਾ ਸਕਦੇ ਹਾਂ। ਤੇ ਚਾਹੇ ਇਲ ਕੁੱਕੜ ਦਾ ਵੀ ਪਤਾ ਨਾ ਹੋਵੇ ਤੇ ਘੱਟ ਨਹੀਂ ਕੋਈ ਵੀ ਅਖਵਾਉਂਦਾ, ਹੰਕਾਰ ਸਭ ਦੇ ਅੰਦਰ ਹੀ ਬੋਲ ਰਿਹਾ ਹੈ ਤੇ ਸਾਰੇ ਕਹਿੰਦੇ ਅਸੀਂ ਹੀ ਰੱਬ ਨੂੰ ਪ੍ਰਾਪਤ ਕੀਤਾ ਹੋਇਆ। ਜਿਸ ਮੇਲੇ ਸੋ ਭਗਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲਵੇ ਨਾ, ਸੋ ਭਗਤਾ। ਅਸਲੀ ਭਗਤ ਤੇ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ। ਅਸਲੀ ਭਗਤ ਉਹ ਹੈ। ਬਾਕੀ ਕਹਿਣ ਕਹਾਉਣ ਨੂੰ ਤੇ ਜੋ ਮਰਜ਼ੀ ਕੋਈ ਆਖੀ ਜਾਵੇ, ਕਹਿਣ ਕਹਾਵਨੇ ਕੀਰਤ ਕਰ ਲਾ, ਕਹਿ ਲੈਣਾ ਤੇ ਕਹਾ ਲੈਣਾ, ਇਹ ਤੇ ਆਪਣੀ ਵਡਿਆਈ ਕਰਾਉਣ ਦਾ ਰਸਤਾ ਹੈ। ਬਹੁਤ ਸਾਰੇ ਲੋਕ ਨੇ ਆਪਣੀ ਪੂਜਾ ਪ੍ਰਤਿਸ਼ਠਾ ਵਡਿਆਈ ਕਰਾਉਣ ਦੀ ਖਾਤਰ ਬੜੀ ਬੜੀ ਮਾਇਆ ਖਰਚ ਕਰਦੇ ਨੇ। ਅਖਬਾਰਾਂ ਵਾਲਿਆਂ ਨੂੰ, ਰੇਡੀਓ ਵਾਲਿਆਂ ਨੂੰ, ਟੈਲੀਵਿਜ਼ਨ ਵਾਲਿਆਂ ਨੂੰ ਉਹ ਇਸ਼ਤਿਹਾਰ ਦਿੰਦੇ ਨੇ, ਮਾਇਆ ਖਰਚਦੇ ਨੇ ਵੀ ਸਾਡੀ ਮਸ਼ਹੂਰੀ ਹੋਵੇ। ਪਰ ਹਜ਼ੂਰ ਕਹਿੰਦੇ ਇਹ ਤੇ ਗੱਲਾਂ ਸਾਰੀਆਂ ਹੀ ਦੁਨਿਆਵੀ ਨੇ, ਸੰਸਾਰੀ ਨੇ। ਭਗਤਾਂ ਤੈਸੈ ਸਾਰੀਆ ਜੋੜ ਕਦੇ ਨਾ ਆਇਆ। ਜਿਹੜੇ ਭਗਤ ਤੇ ਸੰਸਾਰੀ ਲੋਕ ਨੇ ਉਹਨਾਂ ਦਾ ਕਦੇ ਜੋੜ ਮੇਲ ਹੋ ਹੀ ਨਹੀਂ ਸਕਦਾ।
ਇਸੇ ਲਈ ਹਜ਼ੂਰ ਕਹਿੰਦੇ ਨੇ ਇੱਕ ਨੇ ਪੂਰਬ ਵੱਲ ਜਾਣਾ ਹੋਵੇ, ਦੂਸਰੇ ਨੇ ਪੱਛਮ ਵੱਲ ਜਾਣਾ ਹੋਵੇ, ਉਹ ਕਿਵੇਂ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲ ਸਕਦੇ ਨੇ। ਇਸ ਲਈ ਹੁਣ ਦਿਸ਼ਾ ਹੀ ਵੱਖੋ ਵੱਖਰੀ ਹੈ। ਹਜ਼ੂਰ ਕਹਿੰਦੇ ਜਿਸ ਮੇਲੇ ਸੋ ਭਗਤਾ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਅਸਲੀ ਭਗਤ ਉਹੀ ਹੈ। ਸਗਲ ਉਕਤ ਪਾਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਨੇ, ਇਹ ਹੁਣ ਗੁਰਮਤ ਦੇ ਸਿਧਾਂਤ ਅੱਗੇ ਪ੍ਰਗਟ ਹੋ ਰਹੇ ਹਨ, ਜਿਸ ਮੇਲੇ ਸੋ ਭਗਤ। ਇੱਥੇ ਆ ਕੇ ਗੁਰੂ ਮਹਾਰਾਜ ਨੇ ਸਿਧਾਂਤ ਨੂੰ ਪ੍ਰਗਟਾਇਆ ਹੈ ਵੀ ਭਾਵੇਂ ਘੱਟ ਕੋਈ ਨਹੀਂ ਅਖਵਾਉਂਦਾ, ਸਾਰੇ ਕਹਿੰਦੇ ਨੇ ਅਸੀਂ ਰੱਬ ਨੂੰ ਪ੍ਰਾਪਤ ਕੀਤਾ ਹੈ ਜਾਂ ਸਾਡੇ ਕੋਲੋਂ ਹੀ ਰੱਬ ਮਿਲ ਸਕਦਾ ਹੈ। ਪਰ ਹਜ਼ੂਰ ਕਹਿੰਦੇ ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਅਸਲੀ ਭਗਤ ਉਹ ਹੈ। ਸਗਲ ਉਕਤੋ ਪਾਵਾ। ਹਜ਼ੂਰ ਕਹਿੰਦੇ ਭਾਈ ਜਿੰਨੀਆਂ ਵੀ ਉਕਤੀਆਂ ਜੁਗਤੀਆਂ ਨੇ ਤੇ ਜਿੰਨੇ ਵੀ ਉਪਾਵਾਂ ਦਾ ਅਰਥ, ਜਿੰਨੇ ਉਪਰਾਲੇ, ਕੋਈ ਯਤਨ ਜਾਂ ਕੋਈ ਹੋਰ ਉਪਾਅ ਸਨ, ਤੇ ਅਸੀਂ ਸਾਰੇ ਕਰਕੇ ਵੇਖ ਲਏ ਹਨ। ਤਿਆਗੀ ਸ਼ਰਨ ਪਾਵਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਖੀਰ ਦੇ ਉੱਤੇ ਜਾ ਕੇ ਸਾਨੂੰ ਇਹ ਪਤਾ ਲੱਗਿਆ ਵੀ ਅਸਲੀ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਕਿ ਅਸੀਂ ਜਿੰਨੀਆਂ ਵੀ ਉਕਤੀਆਂ ਜੁਗਤੀਆਂ ਤੇ ਉਪਾਅ ਕੀਤੇ ਸਨ, ਤਿਆਗੀ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ। ਸ਼ਰਨ ਪਾਵਾ, ਤੇ ਅਸੀਂ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ। ਨਾਨਕ ਗੁਰ ਚਰਨ ਪਰਾਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਗੱਲ ਕਹਿੰਦੇ ਨੇ, ਨਾਨਕ ਗੁਰ ਚਰਨ ਪਰਾਤਾ। ਭਾਈ ਅਸੀਂ ਤੇ ਗੁਰੂ ਦੇ ਚਰਨੀ ਪੈ ਕੇ ਉਸ ਵਾਹਿਗੁਰੂ ਨੂੰ ਪਰਾਤਾ ਦਾ ਅਰਥ ਪਛਾਣਿਆ ਹੈ। ਜਿਹੜਾ ਵੀ ਗੁਰੂ ਦੇ ਚਰਨੀ ਪੈ ਜਾਂਦਾ ਹੈ ਤੇ ਉਹਨੂੰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ ਤੇ ਅਕਾਲ ਪੁਰਖ ਦੇ ਨਾਲ ਮਿਲਾਪ ਹੁੰਦਾ ਹੈ ਤੇ ਵਾਹਿਗੁਰੂ ਦੀ ਪਛਾਣ ਹੁੰਦੀ ਹੈ। ਬਿਨਾਂ ਗੁਰੂ ਤੋਂ ਕਿਸੇ ਨੂੰ ਪਰਮੇਸ਼ਰ ਨਹੀਂ ਮਿਲ ਸਕਦਾ। ਚਾਹੇ ਆਪਣੇ ਆਪ ਦੇ ਵਿੱਚ ਕੋਈ ਕਿੰਨਾ ਵੀ ਵੱਡਾ ਬਣਿਆ ਫਿਰੇ, ਘਾਟਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ, ਪਰ ਹਜ਼ੂਰ ਕਹਿੰਦੇ ਨਾਨਕ ਗੁਰ ਚਰਨ ਪ੍ਰਾਤਾ। ਅਸੀਂ ਤੇ ਗੁਰੂ ਦੇ ਚਰਨੀ ਪੈ ਕੇ ਵਾਹਿਗੁਰੂ ਨੂੰ ਪਛਾਣਿਆ। ਸੌਖਾ ਰਸਤਾ ਇਹੀ ਹੈ ਵੀ ਤੁਸੀਂ ਗੁਰੂ ਦੇ ਚਰਨ ਫੜ ਲਓ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਤੇ ਜਦੋਂ ਸਤਿਗੁਰੂ ਆਪਣਾ ਪੱਲਾ ਪਕੜਾ ਦੇਣ ਤੇ ਅੰਨਾ ਵੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ। ਅੰਨੇ ਨੂੰ ਵੀ ਜੇ ਕੋਈ ਪੱਲਾ ਪਕੜਾ ਦੇਵੇ, ਹੱਥ ਫੜਾ ਦੇਵੇ, ਉਹ ਵੀ ਮੰਜ਼ਿਲ ਤੇ ਪਹੁੰਚ ਸਕਦਾ। ਇਸੇ ਤਰ੍ਹਾਂ ਹੋਰ ਕੁਝ ਕਰਨ ਦੀ ਥਾਂ ਹਜ਼ੂਰ ਕਹਿੰਦੇ ਗੁਰੂ ਦੇ ਚਰਨੀ ਪੈ ਜਾਓ ਤੇ ਗੁਰੂ ਦੀ ਸ਼ਰਨ ਲੈ ਲਵੋ। ਨਾਨਕ ਗੁਰ ਚਰਨ ਪਰਾਤਾ। ਇਹ ਗੁਰਮਤਿ ਸਿਧਾਂਤ ਹੈ ਵੀ ਗੁਰੂ ਦੇ ਚਰਨੀ ਪੈ ਕੇ ਵਾਹਿਗੁਰੂ ਨੂੰ ਅਸਾਂ ਪਛਾਣਿਆ ਹੈ, ਕਿਉਂਕਿ ਸਤਿਗੁਰੂ ਨੇ ਗੁਰੂ ਨੂੰ ਦਰਗਾਹੀ ਵਿਚੋਲਾ ਲਿਖਿਆ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਤੁਰੇ ਪਿਆ ਸੰਜੋਗ। ਇਉਂ ਬਈ ਸਤਿਗੁਰੂ ਦੇ ਚਰਨੀ ਪੈ ਕੇ ਅਸੀਂ ਤੇ ਵਾਹਿਗੁਰੂ ਨੂੰ ਪਛਾਣਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਪਵਿੱਤਰ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਗਲ ਉਕਤ ਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।